ਉਹਨਾਂ ਦੀ ਸਪੀਚਾਂ ਸੀਗੀਆਂ, ਉਹਨਾਂ ਨੇ ਕੌਮ ਨੂੰ ਬਹੁਤ ਵੱਡੇ ਲੈਵਲ ਤੱਕ ਆਪਣੇ ਲੋਕ ਮਰਨ ਤੋਂ ਬਾਅਦ ਚ ਕਦਰ ਪਾਉਂਦੇ ਆ। ਸਿੱਧੂ ਵੀਰ ਲੀਡਰ ਨਹੀਂ, ਉਹ ਸਾਡਾ ਯੋਧਾ ਹੈ, ਕੌਮੀ ਯੋਧਾ ਹੈ ਤੇ ਉਹ ਜ਼ਿੰਦਗੀ ਭਰ ਰਹੇਗਾ। ਦੀਪ ਬਹੁਤ ਪਿੱਛੇ ਆ। ਜੇ ਸਾਡੀ ਸਿੱਖ ਕੌਮ ਵੀ ਉਹਨਾਂ ਨਾਲ ਖੜੀ ਹੋ ਜੇ ਤਾਂ ਅੱਜ ਜਿਹੜੇ ਲੀਡਰਾਂ ਦੀਆਂ ਕੋਠੀਆਂ ਪਈਆਂ ਨੇ, 84 ਵਾਲੇ ਉਧਮ ਸਿੰਘ ਦੇ ਪਰਿਵਾਰ ਦੀਆਂ ਕੋਠੀਆਂ ਪਈਆਂ ਹੁਣ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀਆਂ ਕੋਠੀਆਂ ਪਈਆਂ ਹੁਣ, ਉਹਨਾਂ ਸਭ ਯੋਧਿਆਂ ਦੀਆਂ ਕੋਠੀਆਂ ਪਈਆਂ ਹੁਣ ਜਿਨ੍ਹਾਂ ਨੇ ਦੇਸ਼ ਲਈ, ਜਿਨ੍ਹਾਂ ਨੇ ਆਪਣੀ ਕੌਮ ਲਈ ਸ਼ਹੀਦੀਆਂ ਪ੍ਰਾਪਤ। ਉਹਨਾਂ ਨੂੰ ਦੀਪ ਸਿੱਧੂ ਦਾ ਕਿਰਦਾਰ ਪੁੱਛਿਓ। ਦੀਪ ਸਿੱਧੂ ਦਾ ਕਿਰਦਾਰ, ਸਰਕਾਰ ਤਾਂ ਅੱਜ ਮੇਰੇ ਪਿੱਛੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਸਰਕਾਰ ਨੇ ਮੇਰੇ ਪਿੱਛੇ ਬੰਦੇ ਲਾ ਦੇਣੇ ਆ ਵੀ ਕਿਸੇ ਵੀ ਢੰਗ 'ਚ ਇਹਨੂੰ ਮਾਰੋ। ਕਿਹੜੀ ਜਗ੍ਹਾ ਤੋਂ ਆਏ ਵੀਰ ਜੀ? ਅਸੀਂ ਜ਼ਿਲ੍ਹਾ ਫਿਰੋਜ਼ਪੁਰ, ਹਲਕਾ ਜੀਰਾ ਤੋਂ ਆਏ। ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀਰਾ ਸ਼ਹਿਰ ਤੋਂ ਆਏ। ਕੀ ਸੋਚ ਲੈ ਕੇ ਚੱਲੇ ਹੋ ਅੱਜ ਇੱਥੋਂ? ਅੱਜ ਵੀਰ ਦੀ ਨਵੀਂ ਸੋਚ ਲੈ ਕੇ ਚੱਲੇ ਆ। ਵੀਰ ਸਾਡੇ ਵਿੱਚ ਨਹੀਂ ਹੈਗਾ ਪਰ ਉਹਦੀ ਸੋਚ ਜਿੰਦਾ ਰਹੇਗੀ ਸਾਡੇ ਵਿੱਚ ਹਮੇਸ਼ਾ। ਵੋਟ ਕਿਹਨੂੰ ਪਾਈ ਸੀ? ਵੋਟ ਨਹੀਂ ਪਾਈ ਕਿਸੇ ਨੂੰ ਵੀ, ਸਾਡੇ ਹੈ ਨਹੀਂ ਸੀ, ਉਮੀਦਵਾਰ ਨਹੀਂ ਹੈ ਨਹੀਂ ਸੀ। ਫਿਰ ਵੀ ਜੀਰਾ ਹਲਕਾ ਦੇ ਵਿੱਚ ਨੋਟਾਂ ਨੂੰ ਪਾਈ ਜੀ, ਨੋਟਾਂ ਨੂੰ ਪਾਈ ਜੀ, ਹੈ ਨਹੀਂ। ਮਨਿੰਦਰ ਸਿੰਘ ਜੀ, ਕਿਹੜੀ ਜਗ੍ਹਾ ਤੋਂ? ਜੀਰੇ ਸ਼ਹਿਰ ਤੋਂ। ਕਿਹਨੂੰ ਵੋਟ ਪਾਈ ਸੀ? ਨੋਟਾਂ ਨੂੰ। ਨੋਟਾਂ ਨੂੰ ਜੀ। ਕਿਉਂ? ਉਮੀਦਵਾਰ ਨਹੀਂ ਹੈਗਾ ਸੀਗਾ ਜੀ ਸਾਡੇ। ਕਿਹੜਾ ਉਮੀਦਵਾਰ ਚਾਹੀਦਾ ਜੀ ਤੁਹਾਨੂੰ? ਸ਼੍ਰੋਮਣੀ ਅਕਾਲੀ ਦਲ ਮਾਨ, ਇਹਨਾਂ ਦਾ ਉਮੀਦਵਾਰ ਹੈ ਨਹੀਂ। ਤੁਹਾਡੇ ਕੋਲ ਕਿੱਥੋਂ ਆਏ? ਫਿਰੋਜ਼ਪੁਰ ਤੋਂ ਜੀ। ਫਿਰੋਜ਼ਪੁਰ ਤੋਂ ਆਏ ਆ, ਸਾਰੇ ਫਿਰੋਜ਼ਪੁਰੀਏ ਲੱਗਦੇ। ਫਿਰੋਜ਼ਪੁਰੀ ਜੀ ਦੇ। ਇਹ ਬਾਰਡਰ ਦੇ ਫਿਰੋਜ਼ਪੁਰ ਏਰੀਏ ਤੋਂ ਆਏ ਨੇ ਤੇ ਕੀ ਸੋਚ ਕੇ ਆਏ ਸੀ ਤੇ ਕੀ ਸੋਚ ਲੈ ਕੇ ਚੱਲੇ ਹੋ ਅੱਜ ਤੋਂ? ਸੋਚ ਜੀ ਦੀਪ ਸਿੱਧੂ ਲਈ ਲੈ ਕੇ ਜਾਵਾਂਗੇ। ਕੀ ਜੋ ਵੀ ਉਹਨਾਂ ਦੇ ਜਾਣ ਕੇ ਇੱਥੇ ਕਿਉਂ ਖੜੇ ਹੋ? ਬਸ ਵੀਰ ਜੀ ਦੀ ਯਾਦ ਵਿੱਚ ਹੀ ਸਾਰਿਆਂ ਨੂੰ। ਵੀਰ ਦੀ ਯਾਦ ਵਿੱਚ ਕਿੰਨੇ ਟਾਈਮ ਤੋਂ ਜੁੜੇ ਹੋ? ਜੁੜੇ ਵੀਰ ਜੀ ਕਿਸਾਨੀ ਮੋਰਚੇ ਤੇ ਜਦੋਂ ਉੱਥੇ ਦਿੱਲੀ ਮਿਲੇ ਸੀ। ਕਦੇ ਮਿਲਾਪ ਹੋਏ ਵੀਰ ਨਾਲ? ਨਹੀਂ ਮਿਲਾਪ ਨਹੀਂ ਹੋਈ ਜੀ। ਨਹੀਂ ਹੋਇਆ, ਪਿਆਰ ਆ ਫਿਰ ਵੀ। ਤਾਂ ਕੀ ਸੋਚ ਰਹੇ ਹੋ ਵੀ ਕਿੱਦਾਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ, ਕੀ ਇਹ ਤੋਂ ਸਿੱਖਣ ਨੂੰ ਮਿਲਿਆ ਤੇ ਕੀ ਨੌਜਵਾਨਾਂ ਨੂੰ ਸੇਧ ਮਿਲੂਗੀ? ਸੇਧ ਜੀ ਸਿੱਖਣ ਨੂੰ ਬਹੁਤ ਕੁਝ ਮਿਲਿਆ। ਵੀਰ ਦੀ ਸੋਚ ਤੇ ਆ, ਜੋ ਵੀਰ ਆਂਦੇ ਸੀ ਉਸ ਰਸਤੇ ਤੇ ਚੱਲਾਂਗੇ। ਵੋਟ ਕਿਹਨੂੰ ਪਾਈ ਸੀ? ਵੋਟ ਵੀਰ ਜੀ ਨੋਟੇ ਨੂੰ। ਸਿਮਰਜੀਤ ਸਿੰਘ ਮਾਨ ਦਾ ਕੈਂਡੀਡੇਟ ਸਾਡੇ ਖੜਾ ਸੀ, ਉਹਦੇ ਕਾਗਜ਼ ਰਿਜੈਕਟ ਹੋ ਗਏ ਸੀ। ਤੁਸੀਂ ਆਪ ਖੜੇ ਹੋ ਜਾਂਦੇ ਯਾਰ। ਸਿਮਰਜੀਤ ਮਾਨ ਨੂੰ ਕੈਂਡੀਡੇਟਾਂ ਦੀ ਘਾਟ ਆ। ਨਹੀਂ ਉਹਨਾਂ ਨੇ ਖਿਲਾਰਿਆ ਸੀ ਪਰ ਉਹਦੇ ਕਾਗਜ਼ ਰਿਜੈਕਟ ਹੋ ਗਏ ਸੀ। ਅੱਛਾ। ਹਾਂਜੀ। ਤਾਂ ਇੰਦਰਜੀਤ ਜੀਰਾ ਤੁਹਾਡੇ ਕਾਫੀ ਫੇਮਸ ਮੇਰੇ ਖਿਆਲ ਦੇ ਵਿੱਚ ਹੈਗਾ, ਉਹਨੂੰ ਨਹੀਂ ਵੋਟ ਪਾਈ? ਨਹੀਂ ਜੀ, ਆਪਾਂ ਜੁੜੇ 40 ਸਾਲ ਤੋਂ ਉਹਨਾਂ ਨਾਲ ਸਾਂ, ਪਰ ਜਦੋਂ ਵੀਰ ਸਾਹਿਬ, ਗੁਰੂ ਦਾ ਸਾਹਿਬ। ਤੇ ਕਿਹੜੀ ਜਗ੍ਹਾ ਤੋਂ ਆਏ ਹੋ? ਜੀਰੇ ਤੋਂ ਜੀ। ਸਾਰੇ ਜੀਰੇ ਵਾਲੇ ਜੀ ਜੀ। ਰਾਈਟ। ਤੇ ਕੀ ਦੇਖਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋ? ਕਦੋਂ ਦੇ ਚੱਲੇ ਸੀਗੇ? ਅਸੀਂ ਸਵੇਰ 5:30 ਚੱਲੇ ਸੀ, ਇੱਥੇ ਲਗਭਗ 9 ਵਜੇ ਪਹੁੰਚ ਗਏ ਸੀ। ਤੁਹਾਡੇ ਮੁਤਾਬਕ ਕਿੰਨਾ ਕੁ ਰਸ਼ ਸੀਗਾ ਅੱਜ? ਬਹੁਤ ਲੱਖਾਂ ਦੀ ਗਿਣਤੀ ਸੀ। ਕਿੰਨੇ ਕੁ ਲੱਖ? ਮਤਲਬ ਅਣਗਿਣਤੀ ਸੀ ਜੀ। ਅਸੀਂ ਤਾਂ ਸਵੇਰ ਦੇ ਇੱਥੇ ਖੜੇ ਆ ਤੇ ਚਲੋ ਜੋ ਇੱਥੇ ਲੱਗ ਰਿਹਾ ਸੀ ਤੇ ਵੀ ਲੱਖਾਂ ਦੀ ਗਿਣਤੀ ਜੀ ਸੀ ਜੀ। ਤੇ ਲੋੜ ਨਹੀਂ ਅੱਜ ਨੌਜਵਾਨ ਨੂੰ ਅੰਮ੍ਰਿਤ ਛਕਣ ਦੀ, ਸਿੰਘ ਸਜਣ ਦੀ? ਬਿਲਕੁਲ ਜੀ, ਸਹੀ ਗੱਲ ਆ। ਜਿਵੇਂ ਹੁਣ ਜਾਗ ਲੱਗੀ ਆ ਜੀ, ਦੀਪ ਬਾਈ ਜਾਗ ਲਾ ਗਿਆ ਤੇ ਦੀਪ ਬਾਈ ਵੀ ਹੌਲੀ ਹੌਲੀ ਗੁਰਸਿੱਖ ਨਾਲ ਜੁੜ ਰਿਹਾ ਸੀ, ਗੁਰਸਿੱਖੀ ਨਾਲ। ਤੇ ਉਦਾਂ ਹੀ ਹੌਲੀ ਹੌਲੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਜੀ। ਜਿਵੇਂ ਹੁਣ ਦਸਤਾਰ ਬੰਨੀ ਸ਼ੁਰੂ ਕੀਤੀ, ਪਹਿਲੋਂ ਵਾਲ ਕੱਟੇ ਸੀ, ਜਦੋਂ ਤੋਂ ਕਿਸਾਨੀ ਸੰਘਰਸ਼ ਹੋਇਆ ਉਦੋਂ ਬਾਅਦ 'ਚ ਦਸਤਾਰ ਬੰਨੀ ਸ਼ੁਰੂ ਕੀਤੀ ਹੈ ਜੀ। ਪਰਮਾਤਮਾ ਦੀ ਕਿਰਪਾ ਹੋਈ ਤੇ ਹੌਲੀ ਹੌਲੀ ਸਭ ਹੋ ਜੂ ਸੈੱਟ। ਪਰ ਮਿੱਤਰ ਪਿਆਰਿਓ, ਇਹ ਸਾਡੇ ਕੌਮ ਦੇ ਲਈ ਇੱਕ ਤਰਾਸਦੀ ਆ। ਅਸੀਂ ਅੱਜ ਦੇ ਦਿਨ ਯਾਦ ਰੱਖਾਂਗੇ। ਮੈਨੂੰ ਲੱਗਦਾ ਬਹੁਤ ਸਾਰੇ ਵੀਰਾਂ ਨੇ ਸਵੇਰ ਤੱਕ ਤਾਂ ਭੁੱਲ ਵੀ ਜਾਣਾ। ਨਹੀਂ ਬਾਈ, ਇਹ ਹੁਣ ਉਹ ਗੱਲ ਨਹੀਂ ਰਹੀ, ਕਿਉਂਕਿ ਜਦੋਂ ਦਾ ਕਿਸਾਨੀ ਸੰਘਰਸ਼ ਹੋਇਆ ਨਾ, ਲੋਕ ਬਹੁਤ ਜਾਗਰੂਕ ਹੋਏ ਆ। ਤੁਸੀਂ ਜਿਵੇਂ ਇਸ ਮੌਕੇ ਤੇ ਸਿਆਸਤ ਦੀ ਗੱਲ ਕਰਨੀ ਤਾਂ ਨਹੀਂ ਬਣਦੀ, ਪਰ ਹੁਣ ਇਸ ਵਾਰੀ ਤੁਸੀਂ ਦੇਖ ਲਓ ਵੀ ਲੀਡਰਾਂ ਨੂੰ ਕਿਵੇਂ ਲੋਕਾਂ ਨੇ ਭਜਾਇਆ ਵੀ, ਇਹ ਤੇ ਸਵਾਲ ਵੀ ਪੁੱਛੇ ਆ। ਸਿਆਸਤ ਦੀ ਗੱਲ ਕਿਉਂ ਨਹੀਂ ਕਰਨੀ ਬਣਦੀ? ਸਿਆਸਤ ਨੇ ਤਾਂ ਇਹਨੂੰ ਖਾ ਲਿਆ ਦੀਪ ਸੰਧੂ ਨੂੰ। ਚਲੋ ਹੁਣ ਆਪਾਂ ਉਹਨਾਂ ਦੇ ਇੱਥੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ। ਹੋਰ ਮੌਕੇ ਬਹੁਤ ਹੁੰਦੇ ਆ ਸਿਆਸਤ ਦੀ ਗੱਲ ਕਰਨ ਦੇ, ਸ਼ਾਇਦ ਅੱਜ ਇਹ ਗੱਲ ਸ਼ੋਭਾ ਨਹੀਂ ਦਿੰਦੀ। ਤੁਹਾਨੂੰ ਲੱਗਦਾ ਕਿ ਤੁਹਾਡੇ ਜੀਰੇ ਹਲਕੇ ਦੇ ਵਿੱਚ ਚਿੱਟੇ ਦਾ ਬਹੁਤ ਦੌਰ ਆ, ਕੀ ਤੁਸੀਂ ਉਹ ਸੋਚ ਨਾਲ ਜੁੜ ਕੇ ਨਸ਼ਿਆਂ ਨੂੰ ਥੱਲੇ ਪਾ ਸਕੋਗੇ? ਉਹ ਤਾਂ ਸਾਰੇ ਪੰਜਾਬ 'ਚ ਆ, ਇਕੱਲੇ ਜੀਰੇ 'ਚ ਨਹੀਂ ਹੈ। ਬਾਕੀ ਅਸੀਂ ਤਾਂ ਜਿੰਨੇ ਵੀ ਖੜੇ, ਅਸੀਂ ਤਾਂ ਬਾਬੇ ਦੀ ਕਿਰਪਾ ਨਾਲ ਦੂਰ ਹੀ ਆ ਜਿੰਨਾਂ ਚੀਜ਼ਾਂ। ਹਾਂਜੀ, ਬਾਰਡਰ ਏਰੀਆ ਨਾ, ਤਾਂ ਕਰਕੇ ਥੋੜਾ ਜ਼ਿਆਦਾ ਪ੍ਰਭਾਵ ਦਾ ਨਾ ਹੀ ਬਦਨਾਮ ਆ ਜੀ। ਇਹ ਮਤਲਬ ਕਿ ਪਾਕਿਸਤਾਨ ਨੂੰ ਆਉਂਦਾ ਦਿੱਲੀ ਵਾਲੀ ਸਾਈਡ ਤੋਂ ਹੀ ਆ ਜੀ। ਬਿਲਕੁਲ ਸਹੀ। ਬਾਰਡਰ ਤੋਂ ਤਾਂ ਜੀ ਉੱਥੇ ਤੁਸੀਂ ਇੱਕ ਮਤਲਬ ਕਿ ਪਾਣੀ ਦਾ ਗਲਾਸ ਵੀ ਇੱਧਰ ਉੱਧਰ ਨਹੀਂ ਟਪਾ ਸਕਦੇ। ਹੋਰ ਚੀਜ਼ਾਂ ਤਾਂ ਟਪਾਉਣੀਆਂ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਅਸੀਂ ਉੱਥੇ ਹੀ ਤਕਰੀਬਨ ਹਰ 10-15 ਦਿਨਾਂ ਬਾਅਦ ਬਾਰਡਰ ਦੇ ਆਸ-ਪਾਸ ਰਿਸ਼ਤੇਦਾਰਾਂ ਜਾਂ ਜ਼ਮੀਨਾਂ ਨੇ, ਉੱਥੇ ਆਈ ਜਾਈਦਾ ਹੀ ਹੈ। ਇਹ ਸਭ ਦਿੱਲੀ ਤੋਂ ਆ ਰਿਹਾ ਜਾਂ ਜਿਵੇਂ ਹੁਣ ਪਿੱਛੇ ਗੁਜਰਾਤ ਤੋਂ, ਬੰਦਰਗਾਹ ਤੋਂ ਕਿੰਨੀ ਡਰੱਗਸ ਭਾਰੀ ਮਾਤਰਾ 'ਚ ਪਹੁੰਚੀ ਆ। ਬਾਰਡਰ ਏਰੀਆ ਨੂੰ ਕਿਉਂ ਬਦਨਾਮ ਕੀਤਾ ਜਾਂਦਾ ਫਿਰ? ਉਹ ਬਸ ਲੀਡਰਾਂ ਨੂੰ ਇਹ ਹੁੰਦਾ ਨਾ ਵੀ ਇੱਕ ਮੌਕਾ ਮਿਲ ਜਾਂਦਾ ਵੀ ਇੱਧਰੋਂ ਆਉਂਦੀ ਆ, ਜੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਬਦਨਾਮ ਕਰ ਦੋ ਤਾਂ ਆਪਣੇ ਅੰਦਰ ਹੀ ਬੈਠੇ, ਇੰਡੀਆ 'ਚ ਬੈਠੇ ਆ ਜਿਹੜਾ ਕੰਮ ਕਰ ਰਹੇ ਜੀ। ਉਹਦਾ ਇੱਕ ਪਾਕਿਸਤਾਨ ਨੂੰ ਜਾਂ ਅਫਗਾਨਿਸਤਾਨ ਨੂੰ ਬਦਨਾਮ ਕਰ ਦਿੰਦੇ ਆ। ਕਿਹੜੀ ਜਗ੍ਹਾ ਤੋਂ? ਜੀਰੇ ਤੋਂ। ਸਾਰੇ ਜੀਰੇ ਤੋਂ। ਹਾਂਜੀ। ਕਿਦੋਂ ਦੇ ਚੱਲੇ ਸੀ?
ਸਵੇਰੇ ਤੜਕੇ 5 ਵਜੇ ਤੇ ਕੀ ਸੋਚ ਲੈ ਕੇ ਆਏ ਸੀ ਤੇ ਕੀ ਦੇਖ ਕੇ ਚੱਲੇ ਹੋ? ਸੋਚ ਭੋਗ ਸੰਦੀਪ ਸਿੰਘ ਦੇ ਭੋਗ ਤੇ ਆਏ ਸੀ। ਸੋਚ ਉਹ ਦੀਪ ਸਿੰਘ ਦੀ ਲੈ ਕੇ ਜਾਵਾਂਗੇ। ਤੁਹਾਨੂੰ ਨਹੀਂ ਲੱਗਦਾ ਵੀ ਸਾਡੀ ਸਿੱਖ ਕੌਮ, ਸੌਰੀ ਕਹਿਣਾ ਨਹੀਂ ਚਾਹੀਦਾ ਪਰ ਸਵਾਲ ਥੋੜਾ ਕੌੜਾ ਹੈ, ਸਾਡੀ ਸਿੱਖ ਕੌਮ ਜਿਉਂਦਿਆਂ ਦਾ ਮੁੱਲ ਨਹੀਂ ਪਾ ਰਹੀ, ਮਰਿਆਂ ਨੂੰ ਜ਼ਿਆਦਾ ਅਹਿਮੀਅਤ ਦੇ ਰਹੀ ਹੈ? ਸਹੀ ਗੱਲ ਜੀ। ਮੈਨੂੰ ਲੱਗਦਾ ਵੀ ਸਾਡੀ ਸਿੱਖ ਕੌਮ ਦੇ ਵਿੱਚ ਜੇ ਕੁਝ ਕਰਨਾ ਤਾਂ ਸਾਨੂੰ ਪਹਿਲਾਂ ਮਰਨਾ ਪਊਗਾ, ਫਿਰ ਜਾ ਕੇ ਸਾਡੀ ਆਵਾਜ਼ ਬੁਲੰਦ ਹੋਊਗੀ। ਹਾਂਜੀ ਹਾਂਜੀ, ਐਂ ਹੀ ਕਰਨਾ ਪੈਂਦਾ ਜੀ। ਕੀ ਤੁਹਾਨੂੰ ਲੱਗਦਾ ਕਿ ਜੇ ਦੀਪ ਸਿੱਧੂ ਜਿਉਂਦਾ ਹੁੰਦਾ ਤੇ ਅੱਜ ਸਿਮਰਜੀਤ ਸਿੰਘ ਮਾਨ ਨੂੰ ਇੰਨਾ ਹੰਗਾਰਾ ਮਿਲਦਾ ਜਿੰਨਾ ਉਹਦੀ ਸ਼ਹੀਦੀ ਨਾਲ ਮਿਲਿਆ? ਨਹੀਂ ਮਿਲਣਾ ਜੀ, ਬਹੁਤ ਘੱਟ ਮਿਲਣਾ ਜੀ। ਸ਼ਾਇਦ ਕੀ ਪਤਾ ਹੀ ਵੀ ਨਹੀਂ ਆ ਸਕਦੀ। ਤੇ ਜੇ ਦੀਪ ਸਿੱਧੂ ਜਿਉਂਦਾ ਹੁੰਦਾ ਕੀ ਤੁਸੀਂ ਵੋਟ ਨੋਟਾਂ ਨੂੰ ਫਿਰ ਵੀ ਪਾਉਂਦੇ? ਸ਼ਾਇਦ ਬਿਲਕੁਲ ਨਹੀਂ ਪਾਉਂਦੇ ਜੀ। ਇੱਕ ਹੋਰ ਸਾਡੇ ਨਾਲ ਵੀਰ ਜੁੜੇ ਨੇ। ਵੀਰ ਕੀ ਨਾਂ ਆ? ਮੇਰਾ ਨਾਮ ਨਾਨਕ ਸਿੰਘ ਹੈ ਜੀ, ਮੈਂ ਮਛਵੜ ਸਾਹਿਬ ਤੋਂ ਆਇਆ ਜੀ। ਜੀ। ਜੇ ਸਾਡਾ ਵੀਰ ਅੱਜ ਜਿਉਂਦਾ ਹੁੰਦਾ, ਅੱਜ ਵੀ ਸੀ ਉਹਦੇ ਨਾਲ ਆ, ਠੀਕ ਆ, ਜਿਉਂਦੇ ਵੀ ਉਹਦੇ ਨਾਲ ਸੀਗੇ। ਸਾਡਾ ਵੀਰ ਗਿਆ ਨਹੀਂ, ਸਾਡੇ ਵਿੱਚ ਆ, ਸਾਰੇ ਸਾਡੇ ਵੀਰ ਨੇ, ਦੀਪ ਸਿੱਧੂ ਨੇ, ਉਹਨਾਂ ਕਰਕੇ ਅਸੀਂ ਇੱਥੇ ਬੈਠੇ ਆ। ਗੱਲ ਸੁਣੀ ਸੀ ਵੀਰ ਜੀ ਦੀ, ਇੱਥੇ ਹੀ ਇਸੇ ਧਰਤੀ ਤੇ ਅਸੀਂ ਇਕੱਠੇ ਹੋਏ ਸੀ 11 ਜੂਨ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਗਏ ਸੀ। ਸ਼ਾਮ ਨੂੰ ਜਦੋਂ ਉਹਨਾਂ ਨੇ ਆਇਆ ਸੀ, ਤੁਸੀਂ ਗੱਲ ਉਹਨਾਂ ਦੀ ਸੁਣੀ ਹੋਣੀ ਆ। ਉਦੋਂ ਉਹਨਾਂ ਨੇ ਇੱਕ ਗੱਲ ਆਪਾਂ ਨੂੰ ਕਹੀ ਸੀ ਵੀ ਜੇ ਅਸੀਂ ਟੇਬਲ ਤੇ ਤਕੜੇ ਤਾਂ ਹੀ ਹੋਵਾਂਗੇ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ। ਵੀ ਸਾਡਾ ਵਕੀਲ ਸੀ, ਪੜ੍ਹਿਆ ਲਿਖਿਆ ਸੀ, ਸਾਰੀ ਟੇਬਲ ਤੇ ਗਏ, ਗਵਰਨਰ ਤੱਕ ਗਏ। ਉਹਨੇ ਦੱਸਿਆ ਸੀ ਵੀ ਅਸੀਂ ਮੰਗਤੇ ਬਣ ਕੇ ਗਏ ਸੀ ਉੱਥੇ, ਜਦੋਂ ਸਾਰੇ ਭਾਈ ਸਾਹਿਬ ਗਏ ਸੀਗੇ। ਪਰ ਦੋਸਤੋ ਅੱਜ ਮਾਨ ਸਾਹਿਬ ਵੀ ਆਏ ਸੀ, ਪਰ ਬੰਦੀ ਸਿੰਘਾਂ ਦੀ ਗੱਲ ਸਟੇਜ ਤੋਂ ਨਹੀਂ ਹੋਈ। ਮੈਨੂੰ ਨਹੀਂ ਲੱਗਦਾ ਸਟੇਜ ਜੀ ਅੱਜ ਇਹ ਮਾਹੌਲ ਅਸੀਂ ਸ਼ਰਧਾਂਜਲੀ ਦੇਣ ਆਏ ਸੀ ਪੀਰ ਨੂੰ। 11 ਜਨਵਰੀ ਤੋਂ ਬਾਅਦ 1 ਮਹੀਨੇ 'ਚ ਸਭ ਕੁਝ ਹੋ ਗਿਆ। 1 ਮਹੀਨੇ 4 ਦਿਨ ਹੋਇਆ, 15 ਜਨਵਰੀ ਨੂੰ ਬਾਈ ਚੱਕਲੇ 15 ਫਰਵਰੀ ਨੂੰ ਚਲਾ ਗਿਆ। ਤੁਹਾਨੂੰ ਕੀ ਲੱਗਦਾ ਕਿ ਜੇ ਦੁਬਾਰਾ ਮਤਲਬ ਇਹ ਗੱਲ ਚਲਾਉਣੀ ਹੈ ਤਾਂ ਦੁਬਾਰਾ ਫੇਰ ਏਡਾ ਇਕੱਠ ਕਰਨਾ ਪਊਗਾ? ਇਕੱਠ ਤਾਂ ਵੀਰ ਜੀ ਕੌਮ ਜਿੰਦੀ ਆ, ਲੋਕ ਹੀ ਬਦਲਾਅ ਦੱਸ ਗਏ ਸੀ। ਉਹਨਾਂ ਨੇ ਤੁਹਾਨੂੰ ਦਿੱਲੀ 'ਚ ਅਮਿਤ ਵੀਰ ਨੇ ਦੱਸਿਆ ਸੀਗਾ ਵੀ ਜਦੋਂ ਦਿੱਲੀ 'ਚ ਕਹਿੰਦਾ ਮੈਨੂੰ ਇਹੀ ਦੀਪ ਸਿੱਧੂ ਵੀਰ ਨੇ ਹੀ ਕਿਹਾ ਸੀਗਾ ਵੀ ਸਿੱਖ ਕੌਮ ਜਿੰਦੀ ਆ, ਉੱਥੇ ਲਿਖ ਕੇ ਆਇਓ। ਪਰ ਮਾਫ ਕਰਨਾ, ਬਹੁਤ ਸਾਰੇ ਸਾਡੇ ਸਿੱਖ ਕੌਮ ਤੋਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਗਦਾਰ ਕਿਹਾ ਸੀ, ਪੱਲਿਓਂ ਪੈਸੇ ਲਾ ਕੇ ਮੈਸੇਜ ਭੇਜੇ ਗਏ ਸੀ ਵੱਡੇ ਲੈਵਲ ਤੇ ਉਸ ਵੀਰ ਨੂੰ ਬਦਨਾਮ ਕਰਨਾ। ਅਸੀਂ 26 ਜਨਵਰੀ ਵਾਲੇ ਦਿਨ ਵੀ ਉੱਥੇ ਹੀ ਸੀਗੇ, ਜਦੋਂ ਫਿਰ ਉੱਥੇ ਹੀ ਸੀਗਾ। ਸਾਨੂੰ ਤਾਂ ਇਹ ਨਹੀਂ ਸਮਝਿਆ ਵੀ ਹੋਇਆ ਕੀ ਤੇ ਹੋਇਆ ਕੀ। ਅਸੀਂ ਤਾਂ ਸਾਨੂੰ ਤਾਂ ਇਹੀ ਪਤਾ ਲੱਗਿਆ ਵੀ ਜਦੋਂ ਅਸੀਂ ਲਾਲ ਕਿਲੇ ਤੇ ਪਹੁੰਚ ਗਏ। ਇਹ ਤਾਂ ਸਭ ਉਸ ਟਾਈਮ ਵੀ ਸਰਕਾਰਾਂ ਦਾ ਕੰਮ ਸੀ, ਵੀਰ ਨੂੰ ਤਾਂ ਬਦਨਾਮ ਕਰਨਾ ਸੀ। ਕਿਉਂਕਿ ਕਹਿੰਦਾ ਨਾਲੇ ਵੀਰ ਜੀ ਸਾਡੇ ਵੀਰ ਨੂੰ ਮਾਰਿਆ ਗਿਆ ਆ, ਸਿਆਸਤ ਨਾਲ ਮਾਰਿਆ ਗਿਆ ਹੈ, ਠੀਕ ਹੈ। ਸਿਆਸਤ ਮਾਰਿਆ, ਕਿਸੇ ਦਾ ਹੱਥ ਸੀ ਵਿੱਚ ਮਾਰਨ ਵਿੱਚ। ਜਿਨ੍ਹਾਂ ਨੇ ਨਾਲੇ ਗਦਾਰ ਕਿਹਾ ਸੀ ਉਹ ਆਪ ਤਾਂ ਲੀਡਰ ਬਣੇ ਬੈਠੇ ਆ, ਪਰ ਦੀਪ ਸਿੱਧੂ ਵੀਰ ਲੀਡਰ ਨਹੀਂ, ਉਹ ਸਾਡਾ ਯੋਧਾ ਹੈ, ਕੌਮੀ ਯੋਧਾ ਹੈ ਤੇ ਉਹ ਜ਼ਿੰਦਗੀ ਭਰ ਰਹੇਗਾ। ਦੀਪ ਸਿੱਧੂ ਜਿੰਦਾਬਾਦ, ਦੀਪ ਸਿੱਧੂ ਜਿੰਦਾਬਾਦ। ਅਸੀਂ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਾਂਗੇ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ। ਜਿਨ੍ਹਾਂ ਦੀਆਂ ਜ਼ਮੀਰਾਂ ਮਰ ਜਾਣਗੀਆਂ ਉਹ ਇਸ ਇਕੱਠ ਤੋਂ ਬਾਅਦ ਉਹਨੂੰ ਭੁੱਲ ਜਾਣਗੇ। ਪਰ ਦੋਸਤੋ ਇਹ ਸਾਡੀ ਤਰਾਸਦੀ ਆ। ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਜਿਸ ਦਿਨ ਬਰਸੀ ਆਉਂਦੀ ਆ ਉਸ ਦਿਨ ਵੀ ਖਾਲਿਸਤਾਨ ਦੇ ਨਾਅਰੇ ਲਾਉਣੇ ਆ, ਪਰ ਅਗਲੇ ਦਿਨ ਅਸੀਂ ਸਭ ਭੁੱਲ ਜਾਂਦੇ ਆ। ਸਾਨੂੰ ਨਹੀਂ ਯਾਦ ਰਹਿੰਦਾ ਕਿਹੜਾ ਖਾਲਿਸਤਾਨ, ਫਿਰ ਉੱਥੇ ਹੀ ਕਾਲੀਆਂ ਦੇ ਤੇ ਉੱਥੇ ਹੀ ਕਾਂਗਰਸੀਆਂ ਦੇ ਤਲਵੇ ਚੱਟਦੇ ਦੇਖੇ ਗਏ ਆ ਲੋਕ। ਮੇਰੇ ਦੀਪ ਸਿੱਧੂ ਉਹਨਾਂ ਹੀ ਤਾਂ ਬੰਦਿਆਂ ਨੂੰ ਜਗਾਉਂਦਾ ਜਗਾਉਂਦਾ ਵਿਚਾਰਾ ਇਸ ਦੁਨੀਆ ਤੋਂ ਚਲਾ ਗਿਆ। ਇਹੀ ਤਾਂ ਸਾਡੀ ਕੌਮ 'ਚ ਸਭ ਤੋਂ ਵੱਡੀ ਕਮੀ ਹੈ ਕਿ ਜਦ ਕਿਸੇ ਦੀ ਬਰਸੀ ਆਉਂਦੀ ਹੈ, 84 ਆਉਂਦੀ ਹੈ, ਤਦ ਹੀ ਉਸ ਚੀਜ਼ ਨੂੰ ਯਾਦ ਕੀਤਾ ਜਾਂਦਾ ਹੈ। ਦੀਵਾ ਉਹ ਆ ਜਿਹੜਾ ਸਾਰੀ ਰਾਤ ਜਗਦਾ ਰਹੇ, ਜਿਹੜਾ ਘੰਟੇ ਲਈ ਜਗੇ ਉਹਨੂੰ ਦੀਵਾ ਕਿੱਥੋਂ ਕਹਿ ਸਕਦੇ ਆ। ਪਰ ਮਾਫ ਕਰਨਾ, ਸਿੱਖ ਕੌਮ ਦੀ ਤਰਾਸਦੀ ਹੈ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ। ਮੇਰੇ ਸਵਾਲ ਕੌੜੇ ਜ਼ਰੂਰ ਹੋਣਗੇ ਜਿਨ੍ਹਾਂ ਨੇ 84 ਵੇਲੇ ਸ਼ਹੀਦੀਆਂ ਦਿੱਤੀਆਂ ਨੇ, ਜਿਨ੍ਹਾਂ ਨੂੰ ਉਹਨਾਂ ਦੇ ਛੱਤਾਂ ਦੇ ਉੱਤੇ ਬਾਲੇ ਵੀ ਨਹੀਂ ਹੈਗੇ ਅੱਜ ਦੀ ਡੇਟ 'ਚ। ਤੁਹਾਨੂੰ ਪਤਾ ਸਿੱਖ ਕੌਮ ਦੇ ਸ਼ਹੀਦਾਂ ਦੇ ਕੋਠਿਆਂ ਦੇ ਛੱਤਾਂ ਨਹੀਂ ਹੈਗੀਆਂ। ਕੀ ਤੁਸੀਂ ਉਹਨਾਂ ਦੇ ਵਕੀਲਾਂ ਲਈ ਕਦੇ ਪੈਸੇ ਦਿੱਤੇ ਨੇ? ਸਾਡੀ ਸਿੱਖ ਕੌਮ ਨੇ ਸਾਨੂੰ ਇਹ ਸਵਾਲ ਪੁੱਛਣੇ ਨਹੀਂ ਚਾਹੀਦੇ? ਭਾਜੀ ਪੁੱਛਣੇ ਤਾਂ ਚਾਹੀਦੇ ਆ, ਪਰ ਇਸੇ ਕਰਕੇ ਤਾਂ ਸਾਡੀ ਕੌਮ ਅੱਜ ਬਹੁਤ ਪਿੱਛੇ ਆ। ਜੇ ਸਾਡੀ ਸਿੱਖ ਕੌਮ ਵੀ ਉਹਨਾਂ ਨਾਲ ਖੜੀ ਹੋ ਜੇ ਤਾਂ ਅੱਜ ਜਿਹੜੇ ਲੀਡਰਾਂ ਦੀਆਂ ਕੋਠੀਆਂ ਪਈਆਂ ਨੇ, 84 ਵਾਲਿਆਂ ਦੀਆਂ ਕੋਠੀਆਂ ਪਈਆਂ ਹੋਣ, ਸ਼ਹੀਦ ਊਧਮ ਸਿੰਘ ਦੇ ਪਰਿਵਾਰ ਦੀਆਂ ਕੋਠੀਆਂ ਪਈਆਂ ਹੋਣ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀਆਂ ਕੋਠੀਆਂ ਪਈਆਂ ਹੋਣ, ਉਹਨਾਂ ਸਭ ਯੋਧਿਆਂ ਦੀਆਂ ਕੋਠੀਆਂ ਪਈਆਂ ਹੋਣ ਜਿਨ੍ਹਾਂ ਨੇ ਦੇਸ਼ ਲਈ, ਜਿਨ੍ਹਾਂ ਨੇ ਆਪਣੀ ਕੌਮ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਸ਼ਹੀਦ ਊਧਮ ਸਿੰਘ ਦੀ ਗੱਲ ਕੀਤੀ ਹੈ, ਤੁਹਾਨੂੰ ਪਤਾ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਦਿਹਾੜੀਆਂ ਕਰਕੇ ਟਾਈਮ ਪਾਸ ਕਰ ਰਿਹਾ। ਸਾਡੀ ਕੌਮ ਤੋਂ ਇਹ ਨਹੀਂ ਸਰਦਾ ਕਿ ਅਸੀਂ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਲਈ ਕੁਝ ਕਰ ਦਈਏ। ਮੈਂ ਇਸ ਲਈ ਤਾਂ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਇਸ ਕੌਮ ਲਈ, ਉਹਨਾਂ ਦੇ ਪਰਿਵਾਰ ਦਿਹਾੜੀਆਂ ਕਰ ਕਰਕੇ ਵਿਚਾਰੇ ਗੁਜ਼ਾਰਾ ਕਰਦੇ ਪਏ ਨੇ। ਸਾਡੀ ਕੌਮ ਨੂੰ ਕਿਸੇ ਨਾਂ 'ਚ ਕਿਉਂ ਨਹੀਂ ਆਉਂਦੀ? ਇਸੇ ਕਰਕੇ ਤਾਂ ਆਉਂਦੀ ਨਹੀਂ। ਹਿੰਦੂ ਧਰਮ ਦੇਖ ਲਓ, ਸਿੱਖਾਂ ਦੀ ਗਿਣਤੀ 2% ਤੇ ਹਿੰਦੂਆਂ ਦੀ ਗਿਣਤੀ 98%। ਇਸ ਲਈ ਤਾਂ ਜੇ ਅੱਜ ਇੱਥੇ 98% ਸਿੱਖ ਨੇ, ਜੇ ਇਹੀ ਸਿੱਖ ਸਾਰੀ ਜ਼ਿੰਦਗੀ, ਸਾਰੀ
ਉਮਰ ਲਈ ਜਾਗ ਜਾਣ ਤਾਂ 98% ਸਿੱਖਾਂ ਦੀ ਗਿਣਤੀ ਹੋਊਗੀ, 2% ਹਿੰਦੂਆਂ ਦੀ ਜਾਂ ਕਿਸੇ ਅਦਰ ਕੌਮ ਦੀ ਹੋਊਗੀ। ਜਾਗਣਾ ਕਿਵੇਂ ਚਾਹੀਦਾ, ਸਾਨੂੰ ਕੀ ਸੋਚ ਕੇ ਜਾਗਣਾ ਚਾਹੀਦਾ? ਜਾਗਣਾ ਦੀਪ ਸਿੱਧੂ ਜੋ ਸੋਚ ਸੀ, ਆਪਣੇ ਪਰਿਵਾਰ ਨੂੰ ਬਚਾਓ, ਆਪਣੇ ਸਿੱਖ ਧਰਮ ਨੂੰ ਬਚਾਓ, ਪਰਿਵਾਰ ਦੀ ਹੋਂਦ ਬਚਾਓ, ਸਿੱਖ ਧਰਮ ਦੀ ਹੋਂਦ ਬਚਾਓ। ਹਰ ਵੇਲੇ ਸਾਡੇ ਜਿਗਰ ਦੇ ਵਿੱਚ ਉਹ ਦੀਵਾ ਜਗਦਾ ਰਹਿਣਾ ਚਾਹੀਦਾ। ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੋ ਰਿਹਾ, ਸਿੱਖ ਨਾਲ, ਕਿਸੇ ਮੁਜਰਮ ਨਾਲ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉੱਥੇ ਜਾਣਾ ਚਾਹੀਦਾ। ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਦੀਪ ਸਿੱਧੂ ਨੂੰ ਤੁਹਾਨੂੰ ਲੱਗਦਾ ਮਾਂ ਦੀ ਪੇਟ ਤੋਂ ਇਹ ਸਭ ਸੋਚਾਂ ਲੈ ਕੇ ਚੱਲੇ ਸੀ? ਦੀਪ ਸਿੱਧੂ ਨੇ ਪੜ੍ਹਿਆ ਸੀਗਾ, ਦੀਪ ਸਿੱਧੂ ਨੇ ਇਤਿਹਾਸ ਪੜ੍ਹਿਆ। ਸਾਡੇ ਸਿੱਖ ਕੌਮ ਦੇ ਅਜਿਹੇ ਵੀ ਨੌਜਵਾਨ, ਮੈਂ ਇੰਨੇ ਬੰਦੇ ਖੜੇ ਉਹਨਾਂ 10 ਗੁਰੂਆਂ ਦਾ ਨਾਂ ਪੁੱਛ ਲੈਣਾ, 10 ਗੁਰੂਆਂ ਦਾ ਨਾਂ ਨਹੀਂ ਪਤਾ। ਭਾਜੀ ਉਹ ਗੱਲ ਨਾਲ ਤੁਹਾਡੀ ਬਿਲਕੁਲ ਸਹਿਮਤ ਆ ਸੀ, ਪਰ ਗੱਲ ਉਹ ਨਹੀਂ ਹੈਗੀ। ਗੱਲ ਸਿਰਫ ਇਹ ਹੈ, ਦੀਪ ਸਿੱਧੂ ਨੇ ਪੜ੍ਹਾਈ ਵੀ ਕੀਤੀ ਹੈ, ਦੀਪ ਸਿੱਧੂ ਨੇ ਆਪਣੇ ਸਿੱਖਾਂ ਨੂੰ ਮਰਦੇ ਵੀ ਦੇਖਿਆ ਹੈ। ਦੋ ਤਰ੍ਹਾਂ ਦੇ ਵਿਚਾਰ ਹੁੰਦੇ ਆ, ਇੱਕ ਪੜ੍ਹਾਈ ਨਾਲ ਆਉਂਦੇ ਆ ਤੇ ਇੱਕ ਆਪਣੇ ਅੱਖੀ ਵੇਖ ਕੇ। ਜਿਹੜਾ ਆਪਣੇ ਅੱਖੀ ਵੇਖ ਕੇ ਮਿੱਟੀ ਪਾਉਂਦਾ ਉਹ ਬਿਲਕੁਲ ਮਰੀ ਜ਼ਮੀਰ ਵਾਲਾ ਹੁੰਦਾ ਤੇ ਮਰਿਆ ਹੀ ਸਿੱਖ ਹੁੰਦਾ। ਦੀਪ ਸਿੱਧੂ ਨੇ ਆਪਣਾ ਕੈਰੀਅਰ ਵਿਚਾਰਾ ਉੱਥੇ ਛੱਡ ਆਇਆ, ਲਗਜ਼ਰੀ ਗੱਡੀਆਂ 'ਚ ਘੁੰਮਦਾ ਸੀ। ਉਹਨੇ ਜਦ ਪੰਜਾਬ ਦੇ ਹਾਲਾਤ ਦੇਖੇ ਤਾਂ ਉਹ ਪੜ੍ਹਾਈਆਂ ਪਿੱਛੇ ਨਹੀਂ ਆਇਆ ਕਿ ਮੈਂ ਆਪਣੀ ਪੜ੍ਹਾਈ ਸਾਬਤ ਕਰਨੀ ਹੈ। ਉਹ ਸਿਰਫ ਆਪਣੇ ਦਿਲ ਦੇ ਜਜ਼ਬਾਤ ਦੇਖ ਕੇ, ਸਿੱਖਾਂ ਦੇ ਜਜ਼ਬਾਤ ਦੇਖ ਕੇ ਇੱਥੇ ਪਹੁੰਚਿਆ ਸੀ। ਮੈਨੂੰ ਇਸ ਲਈ ਉਹ ਨਹੀਂ ਲੱਗਦਾ ਕਿ ਕਿਸੇ ਦੇ ਜਜ਼ਬਾਤਾਂ ਲਈ ਸਿੱਖ ਆਪਾਂ ਨੂੰ ਪੜ੍ਹਾਈ ਜ਼ਰੂਰੀ ਹੈ ਜਾਂ ਬਹੁਤ ਇਤਿਹਾਸ ਨੂੰ ਜਾਣਨ ਦੀ ਲੋੜ ਆ। ਸਿਰਫ ਆਪਾਂ ਜੇ ਕਿਸੇ ਦੀ ਮਦਦ ਕਰਨੀ ਆ ਤਾਂ ਆਪਣਾ ਜ਼ਮੀਰ ਹੀ ਜਾਗਦਾ ਹੋਣਾ ਬਹੁਤ ਜ਼ਰੂਰੀ ਹੈ। ਨਾਲੇ ਵੀਰ ਜੀ ਦੀਪ ਸਿੱਧੂ ਨੂੰ ਕੀ ਲੋੜ ਸੀਗੀ? ਉਹ ਫਿਲਮ ਇੰਡਸਟਰੀ ਵਿੱਚ ਕੰਮ ਕਰਦਾ ਸੀਗਾ, ਠੀਕ ਨਹੀਂ? ਉਹ ਸਭ ਕੁਝ ਕਰ ਸਕਦਾ ਸੀ, ਕਿਉਂ ਇਸ ਚੀਜ਼ ਤੇ ਆਇਆ? ਪਰ ਦੋਸਤੋ ਗੱਲ ਤਾਂ ਇਹੀ ਹੈ ਨਾ, ਸਾਡੇ ਲਈ ਆਇਆ ਨਾ, ਪਰ ਸਾਡੀ ਸਿੱਖ ਕੌਮ ਤਾਂ ਅੱਜ ਵੀ ਟਰੈਕਟਰ ਤੇ ਬੂਫਰ ਲਾਉਂਦੇ ਆ ਕੇ, ਗਾਣੇ ਵਜਾਉਂਦੇ ਆ ਕੇ ਦੇਖੇ ਗਏ ਆ। ਇਹ ਬਿਲਕੁਲ ਗਲਤ ਆ ਵੀਰ ਜੀ। ਜੋ ਮੁੰਡੇ ਅੱਜ ਕੱਲ ਫੁਕਰਾਪਨ ਕਰਦੇ ਆ ਨਾ, ਆਪਣੇ ਟਰੈਕਟਰ ਦਾ ਗਾਣੇ ਲਾਉਂਦੇ ਆ, ਜਾਂਦੇ ਕੰਮ ਕਰਦੇ ਆ, ਆਪਣੀ ਹੀ ਕੌਮ ਦਾ ਘਾਟਾ ਕਰ ਰਹੇ ਆ, ਜਿਹੜੇ ਅੱਜ ਵੀ ਨਹੀਂ ਜਾਗ ਰਹੇ। ਕੀ ਸੁਨੇਹਾ ਦੇਣਾ ਚਾਹੋਗੇ ਇਹੋ ਜਿਹੇ ਨੌਜਵਾਨਾਂ ਨੂੰ? ਇਹ ਅਸੀਂ ਦੇਣਾ ਚਾਹਾਂਗੇ ਸੁਨੇਹਾ ਕਿ ਜੋ ਦੀਪ ਸਿੱਧੂ ਦੀ ਸੋਚ ਸੀਗੀ, ਸਾਨੂੰ ਉਹ ਤੇ ਹੀ ਬਿਲਕੁਲ ਚੱਲਣਾ ਚਾਹੀਦਾ ਹੈ। ਜੇਕਰ ਅਸੀਂ ਉਹ ਸੋਚ ਤੇ ਚੱਲਾਂਗੇ ਤੇ ਤਾਂ ਅਸੀਂ ਅੱਗੇ ਵਧਾਂਗੇ, ਨਹੀਂ ਤਾਂ ਸਾਨੂੰ ਜਿਹੜੇ ਇਹ ਆਪਣੇ ਕਈ ਬੰਦੇ ਨੇ ਖਾਣ ਵਾਲੇ ਉਹ ਤੇ ਏਦਾਂ ਹੀ ਖਾ ਜਾਣਗੇ। ਵੋਟ ਕਿਹਨੂੰ ਪਾਈ ਸੀ? ਵੋਟ ਵੀਰੇ ਮੈਂ ਵੋਟ ਨਹੀਂ ਪਾਈ, ਨਾ ਹੀ ਵੋਟ ਪਾਉਣ ਦਾ ਮੇਰੇ ਕੋਲ ਟਾਈਮ ਲੱਗਾ। ਮੈਂ ਪਾਈ ਸੀ ਜੀ, ਸ਼ੇਰ ਸਿੰਘ ਮੋਨਕ ਤੋਂ ਖੜੇ ਸਨ ਮਾਨ ਸਿੰਘ ਦੀ ਪਾਰਟੀ ਵੱਲੋਂ, ਮੈਂ ਉਹਨਾਂ ਨੂੰ ਪਾਈ ਸੀ। ਮੇਰੇ ਪਰਿਵਾਰ ਦੀਆਂ 5 ਵੋਟਾਂ ਸੀ, ਮੈਂ ਸਾਰੀਆਂ ਉਹਨਾਂ ਨੂੰ ਪਵਾਈਆਂ ਜੀ। ਤੁਹਾਨੂੰ ਲੱਗਦਾ ਕਿ ਮਾਨ ਸਾਹਿਬ ਵੱਡੀ ਜਿੱਤ ਪ੍ਰਾਪਤ ਹੋਊਗੀ ਦੀਪ ਸਿੱਧੂ ਦੇ? ਹਾਂਜੀ ਬਿਲਕੁਲ ਹੋਊਗੀ ਜੀ। ਜੇ ਉਹ ਹਾਰ ਵੀ ਗਏ ਸਾਡੀ ਤਾਂ ਫਿਰ ਵੀ ਉਹ ਜਿੱਤੇ ਹੀ ਆ ਜੀ। ਅਸੀਂ ਤਾਂ ਜਿੰਨਾ ਚਿਰ ਚਾਹੁੰਦੇ ਆ, ਅਸੀਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਵਾਂਗੇ, ਅਸੀਂ ਉਸ ਯੋਧੇ ਨਾਲ ਖੜੇ ਰਹਾਂਗੇ ਜਿੰਨਾ ਚਿਰ ਅਸੀਂ ਜਿਉਂਦੇ ਆ। ਮੈਂ ਤੇ ਫਿਰ ਇਸ ਟਾਈਮ ਬਾਹਰ ਸੀਗਾ, ਮੈਂ ਬਾਹਰੋਂ ਮੈਨੂੰ ਜਦ ਖਬਰ ਦਾ ਪਤਾ ਲੱਗਾ ਤਾਂ ਵੀ ਮੈਂ ਇੱਥੇ ਪਹੁੰਚਿਆ। ਮੈਂ ਕਿੱਥੇ ਪਹੁੰਚੇ ਹੋ? ਮੈਂ ਵੀਰੇ ਅੰਮ੍ਰਿਤਸਰ ਆਪਣੇ ਕੰਮ ਤੇ ਸੀਗਾ। ਮੈਨੂੰ ਅੱਜ ਬਾਤਾਂ ਨਹੀਂ ਤੇ 9ਵਾਂ ਦਿਨ ਬਾਹਰ ਤੇ ਘਰੋਂ ਨਿਕਲਿਆ ਹੋਇਆ ਆ, ਠੀਕ ਹੈ। ਮੈਨੂੰ ਪਤਾ ਲੱਗਾ ਵੀ ਅੱਜ 24 ਤਰੀਕ ਨੂੰ ਵੀਰ ਜੀ ਦਾ ਅੰਤਿਮ ਅਰਦਾਸ ਆ। ਮੈਂ ਸਿੱਧਾ ਘਰੇ ਨਹੀਂ ਗਿਆ ਹੈਗਾ, ਬਸ ਸਿੱਧਾ ਇੱਥੇ ਪਹੁੰਚਿਆ। ਮੈਂ ਮੇਰੇ ਘਰ ਦੇ ਗੁੱਸੇ ਹੁੰਦੇ ਸੀ, ਤੂੰ ਉੱਥੇ ਲੈਣ ਕੀ ਜਾਣਾ, ਚੱਲ ਕੋਈ ਚੱਕਰ ਨਹੀਂ, ਵੀ ਤੂੰ ਘਰੇ ਹੋ ਕੇ ਚੱਲ ਜੀ। ਮੈਂ ਕਿਹਾ ਨਹੀਂ, ਮੈਂ ਸਿਰਫ ਉੱਥੋਂ ਸਿੱਧਾ ਮੈਂ ਇੱਥੇ ਪਹੁੰਚਿਆ। ਮੈਂ ਬੱਸ ਤੋਂ ਉਤਰਿਆ, ਮੈਂ ਆਪਣੇ ਵੀਰ ਨੂੰ ਛੋਟੇ ਨੂੰ ਫੋਨ ਕੀਤਾ, ਉਹ ਮੇਰਾ ਯਾਰ ਦੋਸਤ ਖੜਾ ਮੋਟਰਸਾਈਕਲ ਲੈ ਕੇ ਪਹੁੰਚਿਆ। ਫਿਰ ਮੈਂ ਇੱਥੇ ਫਤਿਹਗੜ੍ਹ ਸਾਹਿਬ ਪਹੁੰਚਿਆ ਆ ਕੇ। ਸੋ ਇਹ ਸਨ ਵੀਰ ਛੋਟੇ, ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਇੱਥੇ ਮੈਂ ਸਵੇਰ ਤੋਂ ਦੇਖ ਰਿਹਾ, ਇਹਨਾਂ ਨੇ ਫੋਟੋਆਂ ਫੜ ਕੇ ਹੱਥਾਂ 'ਚ ਬਿਰਾਜਮਾਨ ਹੋਏ ਨੇ। ਸੋ ਇਹਨਾਂ ਦੀ ਸੋਚ ਹੁਣ ਦੇਖਦੇ ਆ ਵੀ ਇਹ ਕਿੰਨੇ ਦਿਨ ਇਹ ਸੋਚ ਨੂੰ ਨਾਲ ਲੈ ਕੇ ਚੱਲਦੇ ਨੇ, ਸਾਰੀ ਜ਼ਿੰਦਗੀ ਲੈ ਕੇ ਚੱਲਦੇ ਨੇ, ਜਾਂ ਘਰ ਤੱਕ ਜਾ ਕੇ ਬਸ ਸੋ ਸਾਡੇ ਨਾਲ ਹੋਰ ਸਾਡੀਆਂ ਭੈਣਾਂ ਜੁੜੀਆਂ ਨੇ। ਕੀ ਨਾਮ ਭੈਣ ਜੀ? ਸੰਦੀਪ ਕੌਰ। ਸੰਦੀਪ ਕੌਰ, ਤੁਹਾਨੂੰ ਪਤਾ ਤੁਹਾਡੇ ਨਾਮ ਦਾ ਹੀ ਸੀ ਦੀਪ ਦਾ ਨਾਮ ਵੀ? ਸਾਡੀ ਇਹ ਭੈਣ ਭਾਵਕ ਆ। ਮੈਨੂੰ ਪਤਾ ਲੱਗਾ ਤੁਸੀਂ ਕਾਫੀ ਟਾਈਮ ਦੀਪ ਸਿੱਧੂ ਨਾਲ ਵੀਰ ਨਾਲ ਸੇਵਾ ਕੀਤੀ ਆ ਬਾਰਡਰ ਤੇ। ਸਿੰਘੂ ਬਾਰਡਰ ਸਾਡੇ ਨਾਲ ਹੀ ਸੀ ਵੀਰਾ ਉੱਥੇ, ਪਰ ਉਹਦੀ ਸੋਚ ਨੂੰ ਕੋਈ ਸਮਝ ਨਹੀਂ ਨਾ ਸਕਿਆ। ਕਿੱਦਾਂ ਦਾ ਸੁਭਾਅ ਲੱਗਦਾ ਜੀ ਤੁਹਾਨੂੰ ਉਹਨਾਂ ਦਾ? ਬਹੁਤ ਵਧੀਆ, ਬਹੁਤ। ਹੁਣ ਮੈਂ ਤੁਹਾਨੂੰ ਕਿਸ ਤਰ੍ਹਾਂ ਸਮਝਾਵਾਂ, ਪਰ ਉਹਨੂੰ ਬਹੁਤ ਲੋਕਾਂ ਨੇ ਗਲਤ ਵੀ ਬੋਲਿਆ, ਇਹ ਗਦਾਰ ਹੈ, ਇਹ ਹੈ, ਜੋ ਕੁਝ ਵੀ ਬੋਲਿਆ, ਪਰ ਨਹੀਂ, ਉਹ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ। ਨਹੀਂ, ਤੁਹਾਨੂੰ ਲੱਗਦਾ ਕਿ ਇਹੋ ਜਿਹਾ ਯੋਧਾ ਤੁਹਾਨੂੰ ਦੁਬਾਰਾ ਕਿਤੇ ਕੌਮ 'ਚ ਮਿਲੂਗਾ ਕੋਈ? ਨਹੀਂ, ਪਰ ਬਹੁਤ ਜ਼ਿਆਦਾ ਦੀਪ ਜਗਾ ਗਿਆ, ਬਹੁਤ ਜ਼ਿਆਦਾ ਦੀਪ ਜਗਾ ਗਿਆ, ਬਹੁਤ ਜ਼ਿਆਦਾ ਜੀ। ਬਹੁਤ ਵਧੀਆ ਗੱਲ ਆ, ਦੀਪ ਸਿੱਧੂ ਇੱਕ ਦੀਪ ਜਗਾ ਗਿਆ। ਪਰ ਭੈਣ ਜੀ ਗੱਲ ਇਹ ਆ ਕਿ ਸਾਡੇ ਸਿੱਖ ਕੌਮ ਦੇ ਵਿੱਚ ਵੱਡੀ ਤਰਾਸਦੀ ਇਹ ਰਹੀ, ਅਸੀਂ ਸ਼ਹੀਦਾਂ ਨੂੰ ਸੰਭਾਲ ਨਹੀਂ ਸਕੇ। ਕੀ ਕਹਿਣਾ ਚਾਹੋਗੇ ਆਪਣੀ ਕੌਮ ਨੂੰ? ਮੇਰੇ ਕੋਲ ਕੁਝ ਕਹਿਣ ਨੂੰ, ਪਰ ਉਹਦੇ ਵਰਗਾ ਇਸ ਦੁਨੀਆ 'ਚ ਯੋਧਾ ਨਾ ਆਏਗਾ ਨਾ ਹੋਊਗਾ। ਬਸ
ਤੁਸੀਂ ਸਿਮਰਜੀਤ ਮਾਨ ਹਾਂਜੀ ਕਿਹਨੂੰ ਵੋਟ ਕਿਹਨੂੰ ਪਾਈ ਸੀ ਸਭ ਤੋਂ ਪਹਿਲਾਂ ਇਹ ਦੱਸੋ। ਪਾਰਟੀ ਵੀਰੇ ਆਪਾਂ ਤਾਂ ਸ਼ੁਰੂ ਤੋਂ ਵੀਰੇ ਆਪਣਾ ਸਿਮਰਜੀਤ ਮਾਨ ਨੂੰ ਸਮਰਥਨ ਆਪਣਾ ਪਹਿਲੇ ਦਿਨ ਤੋਂ ਹੀ। ਆਪਣੇ ਆਪ ਹੀ ਸੋਚ ਆਪਣੀ ਸੋਚ ਰੱਖਦੀ ਹੈ। ਕਿਹੜੀ ਜਗ੍ਹਾ ਤੋਂ ਆਏ ਹੋ? ਮੋਗਾ ਹਲਕਾ ਜੀ। ਮੋਗੇ ਤੋਂ ਆਏ ਹੋ ਵੀਰ, ਮੇਰੇ ਜ਼ਿਲ੍ਹੇ ਤੋਂ ਨੇ। ਸੋ ਵੀਰ ਜੀ ਕੀ ਅੱਜ ਸੋਚ ਕੇ ਆਏ ਸੀ ਤੇ ਇੱਥੇ ਆਖੀ ਕੀ ਦੇਖਿਆ? ਸੋਚਿਆ ਵੀਰੇ ਮਤਲਬ ਕਿ ਦੀਪ ਹੀ ਦੇਖਣੇ ਚਾਹੁੰਦੇ ਸੀ ਅਸੀਂ, ਦੀਪ ਦੀ ਸੋਚ ਦੇਖਣੀ ਚਾਹੁੰਦੇ ਸੀ ਕਿ ਉਹਦੀ ਸੋਚ ਕਿੰਨੀ ਕੁ ਫੈਲੀ ਆ, ਤੇ ਅਸੀਂ ਇਹੀ ਦੇਖ ਕੇ ਇੱਥੇ ਮਤਲਬ ਕਿ ਆਪਾਂ ਨੂੰ ਹੈਰਾਨੀ ਹੁੰਦੀ ਆ ਕਿ ਅੰਦਾਜ਼ੇ ਤੋਂ ਬਾਹਰ ਆ ਵੀ ਜਿਹੜੀ ਸੋਚ ਜੋ ਦੀਪ ਚਾਹੁੰਦਾ ਸੀਗਾ ਉਹਦੀ ਸੋਚ ਇੰਨੀ ਕੁ ਇਸ ਕਦਰ ਫੈਲੀ ਆ ਕਿ ਵੀ ਇੱਥੇ ਕੱਟ ਵੀ ਅੱਜ ਸਾਹਮਣੇ ਨਹੀਂ ਗਿਆ। ਮਤਲਬ ਕਿ ਸਾਰਾ ਦਿਨ ਨਿਕਲ ਗਿਆ, ਮੱਥਾ ਟੇਕਣ ਵਾਲੀ ਦੀ ਲਾਈਨ ਨਹੀਂ ਮੁੱਕਦੀ ਸੀਗੀ, ਠੀਕ ਆ। ਮਤਲਬ ਕਿ ਕਹਿਣੀ ਕਥਨੀ ਤੋਂ ਭਰੇ ਆ ਵੀਰੇ ਗੱਲ। ਐਨਆਰਆਈ ਵੀਰਾਂ ਦੀ ਬਹੁਤ ਵੱਡੇ ਲੈਵਲ ਤੇ ਸਪੋਰਟ ਰਹੀ ਹੈ ਦੀਪ ਸਿੱਧੂ ਨੂੰ। ਐਨਆਰਆਈ ਵੀਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਐਨਆਰਆਈ ਵੀਰਾਂ ਨੂੰ ਮੇਰੇ ਬੇਨਤੀ ਆ ਆਪਣੀ, ਮਤਲਬ ਕਿ ਅੱਜ ਦੇ ਟਾਈਮ ਜਿਹੜੇ ਐਨਆਰਆਈ ਵੀਰ ਆ ਉਹ ਇੱਕ ਪੰਜਾਬ ਦੇ ਜਿਹੜਾ ਯੂਥ ਆ ਉਹਨਾਂ ਦੀ ਇੱਕ ਬੈਕਬੋਨ ਆ। ਜੇ ਪੰਜਾਬ ਦਾ ਯੂਥ ਅੱਜ ਕੋਈ ਕੁਝ ਵੀ ਸਟੈਪ ਚੱਕਦਾ ਤਾਂ ਉਹਨਾਂ ਦੇ ਪਿੱਛੇ ਐਨਆਰਆਈ ਵੀਰ ਬੈਠੇ ਜਾਂ ਉਹਨਾਂ ਦੇ ਸਹਿਯੋਗ ਨਾਲ ਹੀ ਆ, ਭਾਵੇਂ ਫਾਈਨੈਂਸ਼ੀਅਲੀ ਕਹਿ ਲਈਏ ਤੇ ਭਾਵੇਂ ਮੋਰਲ ਸਪੋਰਟ ਕਹਿ ਲਈਏ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਤੋਂ ਆਪਾਂ ਕੋਈ ਬਾਹਲੀ ਉਮੀਦ ਨਹੀਂ ਲਾ ਸਕਦੇ, ਠੀਕ ਆ। ਆਪਾਂ ਇਹ ਨਹੀਂ ਸੋਚ ਸਕਦੇ ਕਿ ਵੀ ਸਰਕਾਰਾਂ ਆਪਣੀ ਕੋਈ ਹੈਲਪ ਕਰਨੀ ਆ, ਕਿਸੇ ਵੀ ਤਰ੍ਹਾਂ ਦੀ ਹੈਲਪ ਆ, ਮੋਰਲ ਸਪੋਰਟ ਆ, ਮੈਂਟਲੀ ਆ, ਉਹ ਐਨਆਰਆਈ ਵੀਰਾਂ ਦੇ ਸਿਰ ਤੇ ਹੀ ਆ। ਪਰ ਵੱਡੀ ਗੱਲ ਇਹ ਹੈ ਸਾਡੀ ਕੌਮ ਦੀ ਤਰਾਸਦੀ ਆ, ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਫਿਰ ਵੀ ਉਹ ਸਰਕਾਰਾਂ ਚਾਹੁੰਦੀਆਂ ਨੇ, ਅੱਜ ਤੱਕ ਜਿੱਤਦੀਆਂ ਰਹੀਆਂ ਨੇ, ਸਾਡੇ ਵਿੱਚੋਂ ਹੀ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਂਦੇ ਨੇ। ਬਿਲਕੁਲ ਵੀਰੇ, ਤਾਂ ਪਤਾ ਹੀ ਆਪਾਂ ਨੂੰ ਇਹ ਕੌਮ ਦੀ ਤਰਾਸਦੀ ਆ ਕਹਿ ਸਕਦੇ ਆਪਾਂ, ਪਰ ਮਤਲਬ ਕਿ ਲੋਕਾਂ ਨੂੰ ਹੁਣ ਜਾਗਣਾ ਚਾਹੀਦਾ। ਬਹੁਤ ਟਾਈਮ ਹੋ ਗਿਆ ਯਾਰ, ਬਹੁਤ ਛਿੱਤਰ ਖਾਲੇ ਹੁਣ ਆਪਾਂ ਨੂੰ ਮਤਲਬ ਕਿ ਥੋੜਾ ਜਿਹਾ ਸੋਚਣਾ ਚਾਹੀਦਾ। ਬਥੇਰਾ ਟਾਈਮ ਹੋ ਗਿਆ ਆਪਾਂ ਉਹਨਾਂ ਦੇ ਤਲਵੇ ਚੱਟਦਿਆਂ ਨੂੰ, ਹੁਣ ਆਪਾਂ ਨੂੰ ਥੋੜਾ ਜਿਹਾ ਮਤਲਬ ਕਿ ਦੀਪ ਆਪ ਅਮਰ ਹੋ ਕੇ ਹੋਰ ਕਿੰਨੇ ਦੀਪ ਜਗਾ ਗਿਆ, ਠੀਕ ਆ। ਇਹ ਆਪਾਂ ਐਂ ਜਗਦੇ ਰਹਿਣਾ ਚਾਹੀਦਾ ਵਾ। ਜੇ ਆਪਾਂ ਕਹਿ ਦਈਏ ਭੋਗ ਪੈ ਗਿਆ ਤੇ ਅੱਜ ਤੋਂ ਬਾਅਦ ਬਸ ਕੰਮ ਨਿਪਟ ਗਿਆ, ਇੱਥੇ ਨਹੀਂ ਗੱਲ ਮੁੱਕਣੀ। ਇਹ ਇਦਾਂ ਹੀ ਸੋਚ ਆਪਾਂ ਨੂੰ ਜਾਗ ਕੇ ਰੱਖਣੀ ਪੈਣੀ ਹੈ। ਤੁਹਾਨੂੰ ਲੱਗਦਾ ਜੇ ਦੀਪ ਵੀਰਾ ਜਿਉਂਦਾ ਹੁੰਦਾ ਤੇ ਸ਼ਾਇਦ ਅੱਜ ਐਡਾ ਭਰਮਾ ਹੁੰਗਾਰਾ ਇਹ ਸਿਮਰਜੀਤ ਮਾਨ ਨੂੰ ਜਾਂ ਇਸ ਪਾਰਟੀ ਨੂੰ ਮਿਲਦਾ? ਨਹੀਂ, ਇੱਕ ਉਮੀਦ ਸੀਗੀ, ਕਿਉਂਕਿ ਜਿਹੜੇ ਅਖੀਰਲੇ ਦਿਨ ਸੀ ਨਾ ਉਹਨਾਂ ਦੇ 2 ਦਿਨ ਸੀਗੇ, ਜਿਹੜੀਆਂ ਉਹਨਾਂ ਦੀ ਸਪੀਚਾਂ ਸੀਗੀਆਂ ਉਹਨਾਂ ਨੇ ਕੌਮ ਨੂੰ ਬਹੁਤ ਵੱਡੇ ਲੈਵਲ ਤੱਕ ਹਲੂਣਿਆ ਸੀਗਾ। ਮਤਲਬ ਕਿ ਇੱਕ ਉਮੀਦ ਕੀਤੀ ਜਾ ਸਕਦੀ ਸੀਗੀ, ਕਿਉਂਕਿ ਪਰ ਆਪਣੇ ਲੋਕ ਆ ਜਿਹੜੇ ਆਪਣੇ ਲੋਕਾਂ ਦੀ ਆਪਣੀ ਕੌਮ ਦੀ ਤਰਾਸਦੀ ਆ ਕਿ ਆਪਣੇ ਲੋਕ ਮਰਨ ਤੋਂ ਬਾਅਦ ਚ ਕਦਰ ਪਾਉਂਦੇ ਆ। ਜਿਉਂਦੇ ਜੀ ਤਾਂ ਦੀਪ ਨੂੰ ਪਹਿਲੇ ਦਿਨ ਤੋਂ ਲੈ ਕੇ ਉਹਨੂੰ ਭੰਡਿਆ ਹੀ ਆ, ਠੀਕ ਹੈ। ਇੱਥੇ ਵੀ ਜਿੰਨਾ ਇਕੱਠ ਆ, ਮੈਂ ਯਕੀਨ ਨਾਲ ਕਹਿ ਸਕਦਾ ਕਿ 50% ਤੋਂ ਵੱਧ ਲੋਕਾਂ ਨੇ ਵੀ ਇਹਨਾਂ ਨੂੰ 26 ਜਨਵਰੀ ਵਾਲੇ ਵਰਤਾਨ ਤੋਂ ਬਾਅਦ ਇਹਨਾਂ ਨੂੰ ਭੰਡਿਆ ਹੀ ਹੋਊਗਾ। ਇਹ ਸਾਰੇ ਲੋਕਾਂ ਦੇ ਹੱਕ ਵਿੱਚ ਨਹੀਂ ਸੀ। ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਬਹੁਤ ਸਾਰੇ ਅਜਿਹੇ ਦੋਸਤ ਸੀਗੇ ਉਹਦੇ ਜਿਹੜੇ ਕਹਿੰਦੇ ਸੀ ਦੀਪ ਸਾਡੇ ਤੋਂ ਸਲਾਹ ਲਏ ਬਿਨਾਂ ਤੁਰਦਾ ਨਹੀਂ। ਅੱਜ ਉਹ ਸਟੇਜ ਤੇ ਵੇਖੇ ਨਹੀਂ ਬਿਲਕੁਲ, ਬਹੁਤ ਸਾਰੇ ਅਸੀਂ ਖੁਦ ਕਦੇ ਦੀਪ ਦੇ ਬਾਰੇ ਵੀ ਇਹੀ ਸੀਗਾ ਕਿ ਦੀਪ ਕਦੇ ਮਿਲ ਜੇ ਤਾਂ ਫੜ ਕੇ ਫੜਾ ਦਈਏ। ਅਸੀਂ ਸਾਡੀ ਕੌਮ ਦੇ ਵੱਡੇ ਨੇਤਾ ਪੁਲਿਸ ਦੇ ਦਲਾਲ ਬਣ ਕੇ ਕੰਮ ਕਰਦੇ ਦੇਖੇ ਗਏ ਆ। ਬਿਲਕੁਲ ਦੇਖੇ ਗਏ ਜੀ। ਉਹ ਤਾਂ ਹੁਣ ਉਹਨਾਂ ਬਾਰੇ ਕੀ ਕਹਿ ਸਕਦੇ, ਉਹਨਾਂ ਦੀ ਆਪਦੀ ਸੋਚ ਆ, ਠੀਕ ਆ। ਪਰ ਆਪਾਂ ਆਪਣੇ ਆਪ ਨੂੰ ਪ੍ਰਪੱਖ ਕਰੀਏ। ਆਪਾਂ ਨੂੰ ਇਹ ਚਾਹੀਦਾ ਕਿ ਆਪਾਂ ਆਪ ਜੁੜੀਏ ਤੇ ਗਾਂ ਦੂਜਿਆਂ ਨੂੰ ਪ੍ਰੇਰਿਤ ਕਰੀਏ। ਜੋ ਦੀਪ ਸਿੱਧੂ ਸੋਚਦਾ ਸੀਗਾ, ਉਹ ਜੋ ਪੜ੍ਹਦਾ ਸੀਗਾ, ਉਹਦੀ ਜੋ ਸੋਚ ਸੀ ਆਪਾਂ ਨੂੰ ਉਹ ਗਾਂ ਦੀਆਂ ਵਧਾਉਣੀ ਚਾਹੀਦੀ ਹੈ। ਕਿੰਨੇ ਦਿਨਾਂ ਤੋਂ ਆਏ ਹੋ ਮੋਗੇ ਤੋਂ? ਮੋਗੇ ਤਾਂ ਅੱਜ ਹੀ ਆਏ ਵੀਰੇ। ਕਿੰਨੇ ਵਜੇ ਪਹੁੰਚ ਗਏ ਸੀ? ਅਸੀਂ ਸਵੇਰੇ ਤੁਰੇ ਸੀ 8 ਵਜੇ। ਤੁਰਨਾ ਤਾਂ ਅਸੀਂ ਟਾਈਮ ਨਾਲ ਸੀਗਾ, ਥੋੜਾ ਲੇਟ ਹੋ ਗਏ ਸੰਗਤ ਨੂੰ ਇਕੱਠੇ ਕਰਦਿਆਂ ਨੂੰ, ਕਿ ਸਾਨੂੰ ਪਤਾ ਸੀਗਾ ਇਕੱਠ ਬਹੁਤ ਜ਼ਿਆਦਾ ਹੋ ਜਾਣਾ, ਪਰ ਫਿਰ ਵੀ ਅਸੀਂ ਟਾਈਮ ਨਾਲ ਪਹੁੰਚ ਗਏ ਸੀ। ਤੁਹਾਡੇ ਮੁਤਾਬਕ ਕਿੰਨਾ ਇਕੱਠ ਆ? ਮੇਰੇ ਅੰਦਾਜ਼ਾ 4 ਲੱਖ ਦੇ ਨੇੜੇ ਤੇੜ, ਮਿਲ ਕੇ ਵੱਧ ਹੋ ਸਕਦਾ, ਘੱਟ ਨਹੀਂ, ਅੰਦਾਜ਼ਾ ਵਾ। ਸੋ ਇਹ ਸਨ ਸਿਮਰਜੀਤ ਮਾਨ। ਇਹ ਉਹ ਵਾਲੇ ਸਿਮਰਜੀਤ ਮਾਨ ਨਹੀਂ, ਇਹ ਦੂਸਰੇ ਸਿਮਰਜੀਤ ਮਾਨ ਮੋਗੇ ਤੋਂ ਨੇ। ਬਹੁਤ ਵਧੀਆ ਵਿਚਾਰ ਨੇ ਇਹਨਾਂ ਨੇ ਵੀ ਦੀਪ ਸਿੱਧੂ ਦੀ ਸ਼ਹੀਦੀ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ। ਸੋ ਜੁੜੇ ਰਹੋ ਪੰਜਾਬੀ ਪੁਆਇੰਟ ਵੈਬ ਟੀਵੀ ਦੇ ਨਾਲ ਨਵੀਂ ਅਪਡੇਟ ਦੇ ਲਈ।